ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਇੱਕ ਵਾਰ ਇੱਕ ਜੰਗਲ ਦੇ ਵਿੱਚ ਇੱਕ ਸੰਤ ਫਕੀਰ ਦੀ ਕੁਟੀਆ ਹੁੰਦੀ ਹੈ। ਬੜੀ ਦੂਰ ਦੂਰ ਤੱਕ ਉਸ ਸੰਤ ਦੀ ਮਹਿਮਾ ਹੁੰਦੀ ਹੈ। ਬੜੀ ਦੂਰੋਂ ਦੂਰੋਂ ਲੋਕ ਚੱਲ ਕੇ ਆਉਂਦੇ ਨੇ ਉਸ ਫਕੀਰ ਦੇ ਕੋਲੇ, ਆਪਣੇ ਦੁੱਖ ਸ਼ਿਕਵੇ ਗਿਲੇ ਸ਼ਿਕਾਇਤਾਂ ਉਹਨਾਂ ਨੂੰ ਦੱਸਦੇ ਨੇ। ਉਹ ਕੋਈ ਨਾ ਕੋਈ ਉਹਨਾਂ ਦੀ ਡਿਊਟੀ ਲਾਉਂਦੇ ਨੇ, ਸੇਵਾ ਲਾਉਂਦੇ ਨੇ, ਤੇ ਉਸ ਸੇਵਾ ਉਪਰੰਤ ਉਹ ਸਭ ਦੀ ਜਿਹੜੀ ਮੁਸੀਬਤ ਹੈ, ਦੁੱਖ ਹੈ, ਸਮੱਸਿਆ, ਉਹਦਾ ਕੋਈ ਨਾ ਕੋਈ ਹੱਲ ਕਰਕੇ ਦਿੰਦੇ ਨੇ। ਇਸੇ ਤਰ੍ਹਾਂ ਇੱਕ ਪਿੰਡ ਦੇ ਵਿੱਚ ਇੱਕ ਬਜ਼ੁਰਗ ਮਾਤਾ ਤੇ ਉਸਦਾ 25-30 ਸਾਲ ਦਾ ਮੁੰਡਾ ਗਰੀਬੀ ਤੋਂ ਬੜੇ ਪਰੇਸ਼ਾਨ ਸਨ। ਤੇ ਜਦ ਉਹਨਾਂ ਨੂੰ ਉਸ ਫਕੀਰ ਦੀ ਮਹਿਮਾ ਦਾ ਪਤਾ ਲੱਗਿਆ ਤੇ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਇੱਧਰ ਵੀ ਜਾ ਕੇ ਵੇਖੀਏ। ਉਹ ਪੈਂਡਾ ਉਹਨਾਂ ਨੇ ਕੀਤਾ ਤੇ ਜੰਗਲ ਦੇ ਵਿੱਚ ਜਾ ਪਹੁੰਚੇ। ਜੰਗਲ ਦੇ ਵਿੱਚ ਉਸ ਫਕੀਰ ਦੇ ਸਾਥੀਆਂ ਨੇ, ਸੇਵਾਦਾਰਾਂ ਨੇ, ਉਹਦੇ ਸੰਗੀਆਂ ਨੇ ਉਹਨਾਂ ਦੀ ਆਓ ਭਗਤ ਕੀਤੀ, ਰਹਿਣ ਲਈ ਕਮਰਾ ਦਿੱਤਾ, ਖਾਣ ਪੀਣ ਲਈ ਦਿੱਤਾ, ਸੇਵਾ ਵੀ ਕੀਤੀ ਉਹਨਾਂ ਦੀ। ਦੂਜੇ ਦਿਨ ਜਦੋਂ ਫਕੀਰ ਤਪੱਸਿਆ ਤੇ ਬੈਠਾ ਤਾਂ ਉਹ ਮਾਤਾ ਆਪਦੇ ਪੁੱਤਰ ਨੂੰ ਨਾਲ ਲੈ ਕੇ ਉਸ ਫਕੀਰ ਦੇ ਕੋਲ ਜਾ ਬੈਠੀ। ਫਕੀਰ ਨੇ ਅੱਖ ਖੋਲੀ ਤੇ ਪੁੱਛਿਆ, ਮਾਤਾ ਕੀ ਸਮੱਸਿਆ ਹੈ ਤੁਹਾਡੀ? ਮਾਤਾ ਨੇ ਇਹ ਕਿਹਾ ਕਿ ਅਸੀਂ ਗਰੀਬੀ ਤੋਂ ਬੜੇ ਪਰੇਸ਼ਾਨ ਹਾਂ, ਬੜੇ ਤੰਗ ਹਾਂ, ਸਾਡੀ ਗਰੀਬੀ ਕੱਟ ਦਿਓ ਜੀ। ਫਕੀਰ ਨੇ ਫਿਰ ਅੱਖਾਂ ਬੰਦ ਕਰ ਲਈਆਂ। ਮਾਤਾ ਨੂੰ ਲੱਗਿਆ ਕਿ ਸ਼ਾਇਦ ਮੇਰੀ ਗੱਲ ਇਸ ਨੂੰ ਸਮਝ ਨਹੀਂ ਆਈ। ਉਸਨੇ ਫਕੀਰ ਦਾ ਫਿਰ ਤੋਂ ਹਾੜਾ ਕੀਤਾ, ਤਰਲਾ ਕੀਤਾ ਕਿ ਫਕੀਰ ਜੀ, ਸੰਤ ਜੀ, ਗਰੀਬੀ ਤੋਂ ਬੜੇ ਪਰੇਸ਼ਾਨ ਹਾਂ, ਬੜੇ ਤੰਗ ਹਾਂ, ਸਾਡੀ ਗਰੀਬੀ ਕੱਟ ਦਿਓ। ਇਹ ਗੱਲ ਸੁਣੀ ਦੂਜੀ ਵਾਰ ਵੀ ਤੇ ਫਕੀਰ ਜੀ ਨੇ ਫਿਰ ਤੋਂ ਅੱਖਾਂ ਬੰਦ ਕਰ ਲਈਆਂ। ਮਾਤਾ ਥੋੜੀ ਹੈਰਾਨ ਹੋਈ, ਪਰ ਮਾਤਾ ਨੂੰ ਲੱਗਿਆ ਕਿ ਸ਼ਾਇਦ ਕੋਈ ਆਪਣੀ ਇਹਨਾਂ ਦੀ ਲੀਲਾ ਹੋਏਗੀ। ਮਾਤਾ ਨੇ ਤੀਜੀ ਵਾਰ ਪੁਕਾਰਿਆ ਕਿ ਫਕੀਰ ਜੀ, ਗਰੀਬੀ ਤੋਂ ਬੜੇ ਪਰੇਸ਼ਾਨ ਆ, ਕੋਈ ਨਾ ਕੋਈ ਸਮਾਧਾਨ ਕਰੋ, ਕੋਈ ਨਾ ਕੋਈ ਹੱਲ ਕਰੋ, ਗਰੀਬੀ ਕੱਟ ਦਿਓ। ਫਕੀਰ ਦੇ ਲਾਗੇ ਮੇਜ਼ ਦੇ ਉੱਤੇ ਕੁਛ ਸਿੱਕੇ ਪਏ ਸਨ। ਮੇਜ਼ ਨਹੀਂ ਤਾਂ ਕੁਛ ਹੋਰ ਹੋਵੇਗਾ, ਪੁਰਾਣੇ ਸਮੇਂ ਦੀ ਗੱਲ ਹੈ। ਉਹ ਸਿੱਕੇ ਚੱਕ ਕੇ 50 ਸਿੱਕੇ ਸਨ, ਉਸਨੇ ਬੀਬੀ ਦੀ ਝੋਲੀ 'ਚ ਪਾ ਦਿੱਤੇ। ਕਹਿੰਦੇ ਭਾਈ ਆਹ ਰੱਖ ਲਓ। ਮਾਤਾ ਨੇ ਵਾਪਸ ਕਰ ਦਿੱਤੇ। ਫਕੀਰ ਜੀ ਨੇ ਦੁਬਾਰਾ ਦਿੱਤੇ, ਮਾਤਾ ਨੇ ਫਿਰ ਵਾਪਸ ਕਰ ਦਿੱਤੇ ਤੇ ਇਹੀ ਕਿਹਾ ਕਿ ਸਾਡੀ ਗਰੀਬੀ ਕੱਟ ਦਿਓ। ਤੀਜੀ ਵਾਰ ਜਦੋਂ ਉਹਨਾਂ ਨੇ ਫੜਾਏ ਤਾਂ ਮਾਤਾ ਜੀ ਨੇ ਕਿਹਾ ਕਿ ਨਹੀਂ ਭਾਈ, ਇਸ ਤਰ੍ਹਾਂ ਨਹੀਂ, ਸਾਡੀ ਗਰੀਬੀ ਕੱਟ ਦਿਓ ਫਕੀਰ ਜੀ। ਤਾਂ ਉਸ ਫਕੀਰ ਨੇ ਕਿਹਾ ਕਿ ਚਲੋ ਭਾਈ, ਤੁਸੀਂ ਕੁਟੀਆ ਤੋਂ ਬਾਹਰ ਬੈਠੋ ਜਾ ਕੇ, ਇੱਕ ਵਾਰੀ ਤੁਹਾਨੂੰ ਦੱਸਦਾ ਮੈਂ। ਥੋੜਾ ਸਮਾਂ ਗੁਜ਼ਰਿਆ ਤਾਂ ਉਸਨੇ ਆਪਣੇ ਸੇਵਾਦਾਰਾਂ ਨੂੰ ਕਿਹਾ, ਉਸ ਫਕੀਰ ਜੀ ਨੇ, ਕਿ ਬਾਹਰ ਜਿਹੜੇ ਮਾਤਾ ਤੇ ਇੱਕ ਮੁੰਡਾ ਬੈਠੇ ਆ, ਉਹ ਮਾਤਾ ਨੂੰ ਨਾ ਬੁਲਾਉਣਾ, ਸਿਰਫ ਮੁੰਡੇ ਨੂੰ ਬੁਲਾ ਕੇ ਲਿਆਓ। ਸੇਵਾਦਾਰਾਂ ਨੇ ਹੁਕਮ ਦੀ ਪਾਲਣਾ ਕੀਤੀ ਤੇ ਉਸ ਬੱਚੇ ਨੂੰ ਅੰਦਰ ਬੁਲਾ ਲਿਆ। ਉਸਨੇ ਜਦੋਂ ਜਾ ਕੇ ਕਿਹਾ ਕਿ ਹਾਂਜੀ ਫਕੀਰ ਜੀ, ਦੱਸੋ ਕੀ ਕਰ ਸਕਦਾ, ਕੀ ਸੇਵਾ ਹੈ ਮੇਰੇ ਲਾਇਕ ਜੋ ਮੈਂ ਤੁਹਾਡੀ ਸੇਵਾ ਕਰ ਸਕਾਂ। ਫਕੀਰ ਜੀ ਕਹਿੰਦੇ, ਸੇਵਾ ਨਹੀਂ ਭਾਈ, ਆ 50 ਸਿੱਕੇ ਨੇ, ਤੇਰੀ ਮਾਤਾ ਨੂੰ ਦੇ ਰਿਹਾ, ਉਹ ਲੈ ਨਹੀਂ ਰਹੀ, ਪਰ ਤੂੰ ਲੈ ਲਾ ਤੇ ਮਾਤਾ ਨੂੰ ਦੱਸਣਾ ਨਹੀਂ, ਮਾਤਾ ਤੋਂ ਗੱਲ ਪਰਦੇ 'ਚ ਰੱਖਣੀ ਹੈ। ਉਸ ਨੂੰ ਸਿੱਕੇ ਦੇ ਕੇ ਉਸ ਫਕੀਰ ਨੇ ਥਾਪੜਾ ਦਿੱਤਾ। ਕਹਿੰਦੇ ਜਾ ਭਾਈ, ਹੁਣ ਤੂੰ ਆਪਣੇ ਘਰ ਨੂੰ ਜਾ ਅਤੇ ਆਪਦੇ ਨਿੱਤ ਵਾਂਗ ਜਿਹੜੇ ਕੰਮਕਾਰ ਕਰਦਾ ਕਰ, ਤੇਰੀ ਗਰੀਬੀ ਜ਼ਰੂਰ ਕੱਟੀ ਜਾਵੇਗੀ। ਉਹ ਤੁਰ ਪਿਆ, ਥੋੜੀ ਦੂਰ ਹੀ ਗਿਆ, ਆਪਦੀ ਮਾਤਾ ਨੂੰ ਨਾਲ ਲੈ ਕੇ। ਮਾਤਾ ਤੋਂ ਰਿਹਾ ਨਾ ਗਿਆ। ਮਾਤਾ ਨੇ ਵਾਰ-ਵਾਰ ਪੁੱਛਿਆ ਕਿ ਫਕੀਰ ਨੇ ਜਦੋਂ ਮੇਰੀ ਗੈਰ ਹਾਜ਼ਰੀ 'ਚ ਤੈਨੂੰ ਅੰਦਰ ਸੱਦਿਆ ਸੀ ਤਾਂ ਕੀ ਦਿੱਤਾ ਸੀ? ਪੁੱਤਰ ਤੋਂ ਵੀ ਆਪਦੀ ਮਾਂ ਦੇ ਹਾੜੇ ਜਾਂ ਕਹਿ ਲਓ ਜਾਂ ਪ੍ਰੇਮ ਕਹਿ ਲਓ ਨਹੀਂ ਜਰਿਆ ਗਿਆ ਤੇ ਉਹ ਹਾਰ ਗਿਆ। ਉਹਨੇ ਜਿਹੜੀ ਗੱਲ ਆਪਦੇ ਤੱਕ ਰੱਖਣੀ ਸੀ ਜਾਂ ਪਰਦੇ 'ਚ ਰੱਖਣੀ ਸੀ, ਉਹ ਉਸਨੇ ਦੱਸ ਦਿੱਤੀ। ਉਸਨੇ ਕਿਹਾ ਕਿ ਮਾਤਾ ਜੀ, ਇਹ 50 ਸਿੱਕੇ ਜਿਹੜੇ ਫਕੀਰ ਜੀ ਨੇ ਤੁਹਾਨੂੰ 3 ਵਾਰੀ ਦਿੱਤੇ ਸੀ, ਤੁਸੀਂ ਮਨਾ ਕਰ ਦਿੱਤਾ, ਉਹ ਉਹਨਾਂ ਨੇ ਮੈਨੂੰ ਦੇ ਦਿੱਤੇ ਨੇ। ਮਾਤਾ ਨੂੰ ਇਹ ਗੱਲ ਫਿਰ ਚੰਗੀ ਨਾ ਲੱਗੀ। ਉਹ ਵਾਪਸ ਪੁੱਠੀ ਮੁੜ ਪਈ, ਉਹਨੇ ਹੀ ਪੈਰੀ ਵਾਪਸ ਕੁਟੀਆ ਆਈ ਤੇ ਉਹ 50 ਰੁਪਏ ਆ ਕੇ ਉਸੇ ਹੀ ਜਿਸ ਜਗ੍ਹਾ ਤੋਂ ਸੰਤ ਜੀ ਨੇ ਚੱਕ ਕੇ ਦਿੱਤੇ ਸਨ, ਉਸ ਫਕੀਰ ਨੇ ਚੱਕ ਕੇ ਦਿੱਤੇ ਸਨ, ਉੱਥੇ ਹੀ ਉਹਨਾਂ ਦੇ ਅੱਗੇ ਦੁਬਾਰਾ ਢੇਰੀ ਕਰ ਦਿੱਤੇ। ਤੇ ਜਦੋਂ ਇਸ ਵਾਰੀ ਉਹ ਆਈ ਸੀ ਤੇ ਉਹ ਆਪਦੇ ਪੁੱਤਰ ਨੂੰ ਉੱਥੇ ਹੀ ਖੜਾ ਕਰ ਆਈ ਸੀ, ਜਿੱਥੇ ਉਹ ਖੜਾ ਸੀ, ਜਿੱਥੇ ਉਹ ਜਾ ਰਹੇ ਸੀ। ਉਸਨੇ ਆਪਦੇ ਪੁੱਤਰ ਨੂੰ ਕਿਹਾ ਕਿ ਮੈਂ ਇਹ ਜਿਹੜੇ ਸਿੱਕੇ ਨੇ, ਇਹ ਰੁਪਈਏ ਨੇ, ਪੈਸੇ ਨੇ, ਇਹ ਧਨ ਹੈ ਜਿਹੜਾ, ਇਹ ਮੈਂ ਫਕੀਰ ਨੂੰ ਦੇ ਕੇ ਆਉਣਾ, ਕਿਉਂਕਿ ਇਹਦੇ ਨਾਲ ਆਪਣਾ ਕੁਛ ਗੁਜ਼ਾਰਾ ਨਹੀਂ ਹੋਣਾ। ਆਪਣੀ ਤਾਂ ਫਕੀਰੀ ਜੜੋਂ, ਗਰੀਬੀ ਜੜੋਂ ਕੱਟੀ ਜਾਵੇ ਫਿਰ ਫਾਇਦਾ ਹੈ। ਜੇ ਆਪਣੀ ਗਰੀਬੀ ਕੱਟੀ ਜਾਵੇ, ਆਪਾਂ ਅਮੀਰ ਹੋ ਜਾਈਏ, ਫਿਰ ਫਾਇਦਾ। 50 ਸਿੱਕਿਆਂ ਨਾਲ ਤਾਂ ਕੁਛ ਵੀ ਨਹੀਂ ਹੋਣਾ। ਪਰ ਮਾਤਾ ਨੇ ਕਿਹਾ ਕਿ ਤੂੰ ਇੱਥੇ ਰੁੱਖਾਂ ਥੱਲੇ ਖੜ ਜਾ, ਮੈਂ ਦੇ ਆਉਣੀ ਆ।
ਜਿੰਨੇ ਨੂੰ ਉਹ ਪੈਸੇ ਦੇ ਕੇ, ਉਹ ਸਿੱਕੇ ਦੇ ਕੇ ਵਾਪਸ ਆਈ ਜੰਗਲ ਦੇ ਵਿੱਚ ਜਿੱਥੇ ਉਹ ਮੁੰਡਾ ਖੜਾ ਸੀ, ਤਾਂ ਦੇਖਿਆ ਉਹ ਡਿੱਗਿਆ ਪਿਆ ਸੀ। ਉਹ ਸੁੱਧ ਬੁੱਧ ਤੋਂ ਬਾਹਰ ਸੀ, ਉਸ ਦੀ ਮੌਤ ਹੋ ਚੁੱਕੀ ਸੀ। ਕਿਸੇ ਜੰਗਲੀ ਜਾਨਵਰ ਨੇ ਜਾਂ ਕੀੜੇ ਮਕੌੜੇ ਨੇ ਉਸ ਤੇ ਹਮਲਾ ਕਰ ਦਿੱਤਾ ਸੀ ਤੇ ਉਹ ਮਰ ਚੁੱਕਿਆ ਸੀ। ਮਾਤਾ ਰੋਣਾ ਸ਼ੁਰੂ ਕਰ ਦਿੰਦੀ ਹੈ। ਉਸ ਦੀ ਲਾਸ਼ ਨੂੰ ਉੱਥੋਂ ਘਸੀਟ ਕੇ ਵਾਪਸ ਲੈ ਕੇ ਜਾਂਦੀ ਹੈ ਉਸੇ ਸੰਤ ਦੀ ਕੁਟੀਆ ਤੱਕ, ਤੇ ਸੰਤ ਨੂੰ ਕਹਿੰਦੀ ਹੈ ਕਿ ਸੰਤ ਜੀ, ਮੈਂ ਤੇ ਗਰੀਬੀ ਕਟਵਾਉਣ ਆਈ ਸੀ, ਮੇਰੇ ਪੱਲੇ ਜਿਹੜਾ ਕੁਛ ਸੀ ਮੈਂ ਤਾਂ ਉਹ ਵੀ ਗਵਾ ਬੈਠੀ ਹਾਂ। ਬਹੁਤ ਉੱਚੀ ਉੱਚੀ ਉਹ ਰੌਲਾ ਪਾਉਂਦੀ ਹੈ। ਸਾਰਿਆਂ ਨੂੰ ਪਤਾ ਲੱਗਦਾ ਹੈ, ਜਿੰਨੇ ਵੀ ਉੱਥੇ ਸੀ ਸਾਰੇ ਇਕੱਠੇ ਹੋ ਜਾਂਦੇ ਨੇ। ਫਿਰ ਸੰਤ ਜੀ ਇੱਕਦਮ ਗੁੱਸੇ ਦੇ ਵਿੱਚ ਆ ਕੇ ਕਹਿੰਦੇ ਨੇ, ਮਾਤਾ, ਮੈਂ ਇਸ ਦਾ ਮੱਥਾ ਪੜ ਲਿਆ ਸੀ। ਮੈਨੂੰ ਪਤਾ ਲੱਗ ਗਿਆ ਸੀ ਕਿ ਇਹਦੇ ਸਵਾਸਾਂ ਦੀ ਗਿਣਤੀ ਮੁੱਕਣ ਵਾਲੀ ਹੈ। ਮੈਂ ਬਹੁਤ ਯਤਨ ਕੀਤਾ, ਬੜਾ ਜ਼ੋਰ ਲਾਇਆ। ਮੈਂ ਵਾਰੀ-ਵਾਰੀ ਕਿਹਾ ਕਿ ਇਹ 50 ਸਿੱਕੇ ਲੈ ਜਾ। ਇਹ 50 ਸਿੱਕੇ ਨਹੀਂ ਸਨ। ਤੇਰੇ ਲਈ ਭਾਵੇਂ ਬਹੁਤ ਥੋੜਾ ਧਨ ਸੀ, ਪਰ ਇਹ ਸਿੱਕੇ ਨਹੀਂ ਸੀ। ਇਹ ਸਿੱਕੇ ਥੋੜੀ ਸਨ। ਇਹ ਤੇ ਮੈਨੂੰ ਪ੍ਰਭੂ ਪਿਤਾ ਪਰਮਾਤਮਾ ਨੇ ਇੱਕ ਰਾਹ ਵਿਖਾਇਆ ਸੀ ਕਿ ਸਿੱਕਿਆਂ ਦੇ ਜਰੀਏ, ਇੱਕ ਸਿੱਕੇ ਦੇ ਜਰੀਏ 1 ਸਾਲ ਯਾਨੀ ਕਿ 50 ਸਿੱਕਿਆਂ ਦੇ ਸਹਾਰੇ ਮੈਂ ਤੇਰੇ ਪੁੱਤਰ ਨੂੰ 50 ਸਾਲ ਦੀ ਜ਼ਿੰਦਗੀ ਹੋਰ ਦੇ ਸਕਾਂ। ਪਰ ਤੂੰ ਇਹ ਠੁਕਰਾ ਦਿੱਤਾ। ਤੂੰ ਇੱਥੇ ਵਾਪਸ ਕਰ ਗਈ। ਤੈਨੂੰ ਲਾਲਚ ਸੀ, ਤੂੰ ਮਾਇਆ ਦੇ ਲਾਲਚ ਦੇ ਵਿੱਚ ਪਈ ਰਹੀ। ਤੂੰ ਧਨ ਦੇ ਪਿੱਛੇ ਆਪਦਾ ਪੁੱਤਰ ਗਵਾ ਲਿਆ। ਹੁਣ ਇਹ ਜਿਹੜੀ ਕਹਾਣੀ, ਇਹਦੇ ਬੜੇ ਡੂੰਘੇ ਅਰਥ ਨੇ। ਕੋਈ ਕਹਿ ਸਕਦਾ ਕਿ ਸੱਚੀ ਨਹੀਂ, ਹੋ ਸਕਦਾ ਕਿ ਸੱਚੀ ਨਾ ਹੋਵੇ, ਲਿਖਣ ਵਾਲੇ ਨੇ ਲਿਖ ਦਿੱਤੀ ਹੋਵੇ। ਹੋ ਸਕਦਾ ਹੈ ਲਿਖਣ ਵਾਲੇ ਨੇ ਸਿਰਫ ਇੱਕ ਮੈਸੇਜ ਦੇਣ ਲਈ ਲਿਖੀ ਹੋਵੇ, ਪਰ ਆਪਾਂ ਇਹ ਮੈਸੇਜ, ਇਹ ਸੰਦੇਸ਼ ਜ਼ਰੂਰ ਸਮਝੀਏ। ਇਹ ਕਹਾਣੀ ਦਾ ਸਾਰ ਕੀ ਨਿਕਲਦਾ, ਕਹਾਣੀ ਦਾ ਅਰਥ ਕੀ ਨਿਕਲਦਾ? ਕਹਾਣੀ ਦਾ ਅਰਥ ਇਹ ਹੈ ਕਿ ਮਾਤਾ ਦੇ ਅੱਗੇ ਇੱਕੋ ਚੀਜ਼ ਸੀ। ਮਾਤਾ ਦੀ ਅੱਖਾਂ ਅੱਗੇ ਲਾਲਚ ਸੀ। ਮਾਤਾ ਨੂੰ ਉਸ ਸੰਤ ਦੀ, ਉਸ ਫਕੀਰ ਦੀ ਮਹਿਮਾ ਦਾ ਪਤਾ ਸੀ। ਉਸ ਨੂੰ ਲੱਗਿਆ ਕਿ ਮੈਂ ਆਪਦਾ ਦੁੱਖ ਦੱਸਦੀ ਹਾਂ ਤੇ ਦੁੱਖ ਕੱਟ ਦੇਵੇਗਾ। ਮੈਂ ਕਹਿੰਦੀ ਹਾਂ ਕਿ ਅਸੀਂ ਗਰੀਬ ਆ, ਸਾਡੀ ਗਰੀਬੀ ਕੱਟ ਦਿਓ, ਤੇ ਇਹ ਸੰਤ ਸਾਨੂੰ ਅਮੀਰ ਬਣਾ ਦੇਵੇਗਾ। ਅਸੀਂ ਐਸ਼ੋ ਆਰਾਮ ਦੀ ਜ਼ਿੰਦਗੀ ਜੀਵਾਂਗੇ। ਸਾਡੇ ਵੀ ਚੰਗੇ ਘਰ-ਬਾਰ ਹੋਣਗੇ, ਨੌਕਰ ਚਾਕਰ ਹੋਣਗੇ। ਸੈਂਕੜੇ ਤਰ੍ਹਾਂ ਦੇ ਲਾਲਚ ਉਸ ਮਾਤਾ ਦੇ ਮਨ ਦੇ ਵਿੱਚ ਹੋਣਗੇ, ਕਿਉਂਕਿ ਮਾਤਾ ਨੂੰ ਉਸ ਵੇਲੇ ਇੱਕੋ ਚੀਜ਼ ਦਿਸ ਰਹੀ ਸੀ। ਮਾਤਾ ਨੂੰ ਉਹ ਦਿਸ ਰਿਹਾ ਸੀ ਜੋ ਉਹਦੇ ਕੋਲ ਹੈ ਹੀ ਨਹੀਂ ਸੀ। ਮਾਤਾ ਉਹ ਚਾਹੁੰਦੀ ਸੀ। ਆਪਾਂ ਇਹ ਗੱਲ ਸਮਝੀਏ ਕਿ ਪ੍ਰਮਾਤਮਾ ਨੇ ਜਿੱਥੇ ਰੱਖਿਆ ਉੱਥੇ ਰਾਜੀ ਰਹਿਣਾ ਸਿੱਖੀਏ ਆਪਾਂ। ਮਾਤਾ ਨੂੰ ਇਹ ਨਹੀਂ ਸੀ ਪਤਾ ਕਿ ਉਹਦੇ ਕੋਲੇ ਇੱਕ ਅਨਮੁੱਲੀ ਦਾਤ ਹੈ, ਉਸਦਾ ਪੁੱਤਰ ਹੈ। ਉਸ ਨੂੰ ਚਾਹੀਦਾ ਸੀ ਕਿ ਉਸ ਪੁੱਤਰ ਦੇ ਨਾਲ ਉਹ ਖੁਸ਼ ਰਵੇ। ਇਸ ਤਰੀਕੇ ਨਾਲ ਉਸਨੇ ਆਪਣਾ ਪੁੱਤਰ ਵੀ ਗਵਾ ਲਿਆ। ਆਪਾਂ ਇਸ ਕਹਾਣੀ ਤੋਂ ਇਹ ਸਿੱਟਾ ਲਈਏ, ਇਹ ਅਰਥ ਜਿਹੜੇ ਨਿਕਲਦੇ ਨੇ ਉੱਥੋਂ ਆਪਾਂ ਕੁਝ ਸਮਝੀਏ, ਸਿੱਖੀਏ ਕਿ ਆਪਣੇ ਕੁਝ ਕੋਲ ਅੱਜ ਬਹੁਤ ਕੁਝ ਹੈ। ਆਪਾਂ ਦੁਨਿਆਵੀ ਚੀਜ਼ਾਂ ਦੇ ਮਗਰ ਲੱਗ ਕੇ ਆਪਦੀਆਂ ਉਹ ਚੀਜ਼ਾਂ ਨਾ ਗਵਾ ਲਈਏ ਜਿਹੜੀਆਂ ਸਾਡੇ ਕੋਲ ਨੇ। ਸਾਡੇ 'ਚ ਬਹੁਤ ਸਾਰੇ ਲੋਕ ਨੇ ਜਿਨ੍ਹਾਂ 'ਚ ਸੈਂਕੜੇ ਤਰ੍ਹਾਂ ਦੇ ਹੁਨਰ ਨੇ, ਪਰ ਅਸੀਂ ਇੱਕ ਚੀਜ਼ ਦੇ ਪਿੱਛੇ ਲੱਗ ਜਾਂਦੇ ਹਾਂ ਵੀ ਫਲਾਣੀ ਚੀਜ਼ ਸਾਨੂੰ ਚਾਹੀਦੀ ਹੈ। ਦੁਨਿਆਵੀ ਭੇਡ ਚਾਲ ਜਿਹਨੂੰ ਕਹਿੰਦੇ ਆ, ਆਪਾਂ ਉਹਦੇ ਪਿੱਛੇ ਲੱਗ ਜਾਂਦੇ ਹਾਂ। ਪਰ ਆਪਾਂ ਇਹ ਚੀਜ਼ ਸਮਝੀਏ ਕਿ ਸਾਡੇ ਕੋਲ ਬਹੁਤ ਕੁਝ ਹੈਗਾ, ਅਸੀਂ ਉਹਨੂੰ ਵਰਤੀਏ, ਉਹਦੇ ਨਾਲ ਰਾਜੀ ਰਹਿਣਾ, ਉਹਦੇ ਨਾਲ ਖੁਸ਼ ਰਹਿਣਾ ਸਿੱਖੀਏ ਆਪਾਂ। ਪਰਮਾਤਮਾ ਨੇ ਆਪਦੀ ਗੱਲ-ਗੱਲ ਦੇ ਵਿੱਚ ਇਹੀ ਸੰਦੇਸ਼ ਦਿੱਤਾ ਹੈ ਕਿ ਭਾਈ ਦੂਜਿਆਂ ਵੱਲ ਵੇਖ ਕੇ ਆਪਦੇ ਘਰ ਦਾ ਨੁਕਸਾਨ ਨਾ ਕਰੋ। ਸ਼ੇਖ ਫਰੀਦ ਜੀ ਵੀ ਆਪਣੀ ਪਾਵਨ ਬਾਣੀ ਦੇ ਰਾਹੀਂ ਸੰਦੇਸ਼ ਦਿੰਦੇ ਆ ਨਾ ਕਿ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ।